हे गुरु वाहिगुरु जी का खालसा वाहिगुरु जी की फतेह। तू ठाकुर सुख कनेरे कोई न जाने, ऊचेते ऊचा भगवंत सगल समगरी तुमरे। तुम ते होए सो आज्ञाकारी, तुमरी गत मित नानक दास सदा कुर्बानी। वाहिगुरु 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 एक ओंकार। वाहिगुरु जी की फतेह। श्री भगवती जी सहाय वार श्री भगवती जी की पातशाही दसवीं। प्रथम भगवती सिमर कै गुरु नानक लई ध्याए, फिर अंगत गुर ते अमरदास रामदासी हुई सहाय। अर्जन हर गोबिंद नौ सिमरो श्री हर राय, श्री हर कृष्ण ध्याइए जिस डिठे सब दुख जाए। तेग बहादुर सिमरिए घर नौ निध आवे धाए, सब थाई होए सहाय। दसवीं पातशाह श्री गुरु गोबिंद सिंह साहब जी सब थाई होए सहाय। दसां पातशाहियां दी जोत धन धन श्री गुरु ग्रंथ साहिब जी दे पाठ दीदार दा ध्यान धर के बोलो जी। पंजां प्यारियां चौहां साहिबजादियां 40 मुक्तियां हठियां जपियां तपियां, जिन्ना नाम जपिया वंड के छकिया। देग चलाई तेग वाही, देख के अणडिठ कीता। तिन्ना प्यारियां सचियारियां दी कमाई दा ध्यान धर के खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए। खोपड़ियां लोहाइयां चरखियां ते चढ़े, आरियां नाल चराए गए। गुरुद्वारियां दी सेवा लई कुर्बानियां कीतियां, धर्म नहीं हारिया। सिੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। चित आवन का सदका सर्ब सुख होवे। जहाँ जहाँ खालसा जी साहिब तां तां रक्षया रियायत। देग तेग फतेह बिरद की पैज, पंथ की जीत श्री साहिब जी सहाय। खालसा जी के बोल बाले बोलो जी। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। हे ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਖੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਦੀ ਰੱਬੀ ਧੁਰ ਕੀ ਬਾਣੀ ਨਿਤਨੇਮ ਬਾਣੀਆਂ ਦੇ ਜਾਪ ਨਾਮ ਸਿਮਰਨ ਆਸਾ ਕੀ ਵਾਰ 6 ਪੌੜੀਆਂ ਆਨੰਦ ਸਾਹਿਬ ਜੀ ਦਾ ਹਰ ਜਸ ਕੀਰਤਨ ਹੋਇਆ। ਪਾਤਸ਼ਾਹ ਜੀਓ ਸਮੁੱਚੀ ਸੇਵਾ ਕਰਦਿਆਂ ਸਰਵਨ ਕਰਦਿਆਂ ਉੱਠਦਿਆਂ ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਪਾਤਸ਼ਾਹ ਜੀ ਅੱਗੇ ਤੋਂ ਸਮਤ ਬਖਸ਼ਣੀ ਜੀ। ਦੂਰੋਂ ਨੇੜਿਓਂ ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ ਜੀ। ਚੜ੍ਹਦੀ ਕਲਾ ਬਖਸ਼ਣੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸੁਖ ਸ਼ਾਂਤੀ ਬਖਸ਼ਣੀ। ਪਾਤਸ਼ਾਹ ਜੀਓ ਸਰਦਾਰ ਗੁਰਬਚਨ ਸਿੰਘ ਜੀ ਮੈਦਾਨ ਵੱਲੋਂ ਸਰਦਾਰ ਅਰਿੰਦਰ ਸਿੰਘ ਨਾਟੀ ਦੀ ਦੇਹ ਰੁਗਤਾ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਾਉਂਦੇ ਹਨ। ਪਾਤਸ਼ਾਹ ਜੀਓ ਕਿਰਪਾ ਕਰਨੀ ਜੀ ਸੇਵਕਾਂ ਨੂੰ ਦੇਹ ਅਰੋਗਤਾ ਬਖਸ਼ਣੀ। ਮਾਇਆ ਲਈ ਦੇਗ ਲਈ ਪਾਤਸ਼ਾਹ ਜੀਓ ਬੇਅੰਤ ਮਾਇਆ ਭੇਟਾ ਹੋਈ ਸੇਵਾ ਥਾਏ ਪਾਉਣੀ। ਕਾਕਾ ਲਾਵਿਸ਼ ਕੁਮਾਰ ਤੇ ਕਾਰਜਾਂ ਵਿੱਚ ਸਫਲਤਾ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀਓ ਕਿਰਪਾ ਕਰਨੀ ਜੀ ਪਰਿਵਾਰ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ ਕਾਰਜਾਂ ਵਿੱਚ ਸਫਲਤਾ ਬਖਸ਼ਣੀ। ਸੇਵਕ ਪਰਿਵਾਰ ਵੱਲੋਂ ਕਾਕਾ ਲਵ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀਓ ਪਰਿਵਾਰ ਤੇ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਣੀ। ਪਾਤਸ਼ਾਹ ਜੀਓ ਸਮੂਹ ਸੰਗਤ ਪਰਿਵਾਰਾਂ ਬੱਚਿਆਂ ਤੇ ਮਿਹਰਾਮਤ ਭਰਿਆ ਹੱਥ ਰੱਖਣਾ। ਦੇਸ਼ਾਂ ਵਿਦੇਸ਼ਾਂ ਵਿੱਚ ਸਹਾਈ ਹੋਣਾ ਜੀ। ਅੰਗ ਸੰਗ ਹੋ ਕੇ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ। ਪਾਤਸ਼ਾਹ ਜੀਓ ਆਉਣ ਵਾਲਾ ਸਮਾਂ ਆਪਣੇ ਭਾਣੇ ਅੰਦਰ ਖੁਸ਼ੀਆਂ ਖੇੜਿਆਂ ਵਿੱਚ ਚੜ੍ਹਦੀ ਕਲਾ ਵਿੱਚ ਨਾਮ ਦੀ ਯਾਦ ਵਿੱਚ ਬਤੀਤ ਕਰਾਉਣਾ। ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣੀ। ਪਾਤਸ਼ਾਹ ਜੀਓ ਸੇਵਕ ਪਰਿਵਾਰਾਂ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ। ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੀ। ਆਪ ਜੀ ਅਸੀਸ ਬਖਸ਼ੋ ਇਲਾਹੀ ਹੁਕਮ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮ ਤੇ ਚੱਲਣ ਦੀ ਸਮਤ ਬਖਸ਼ੋ। ਆਪ ਜੀ ਦੇ ਦਰ ਤੇ ਜੋ ਜੀਵ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੇ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ। ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹਿਲਾ ਪੰਜਵਾ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਈਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਤਾਕੀ ਨਿਰਮਲ ਰੀਤ ਰਹਾਓ। ਕੋਈ ਜਾਣੇ ਕਵਨ ਈਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਤਾਕੀ ਨਿਰਮਲ ਰੀਤ ਰਹਾਓ। ਮਾਤ ਪਿਤਾ ਬਨਤਾ ਸੁਤ ਬੰਧਪ। ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ। ਅੰਤੇ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ। ਮਨ ਰੰਜਨ ਕੀ ਮਾਇਆ। ਹਾ ਕਰਤ ਬਿਹਾਨੀ ਅਵਦੈ। ਤਾ ਮਹਿ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰੰਗਾ। ਸੰਗ ਨਾ ਚਾਲਿਓ ਇਨ ਮਹਿ ਕਛੁਐ। ਊਠ ਸਿਧਾਇਓ ਨਾਗਾ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਏ। ਨਾਨਕ ਇਹਾ ਸੁਖ ਆਗੇ ਮੁਖ ਉਜਲ। ਸੰਗ ਸੰਤਨ ਕੈ ਪਾਈਏ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਏ। ਨਾਨਕ ਇਹਾ ਸੁਖ ਆਗੇ ਮੁਖ ਉਜਲ।
ਸੰਗ ਸੰਤਨ ਕੈ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਕੋਈ ਜਾਣੇ ਕੋਈ ਦਰ ਤੇ ਕੋਈ ਵਿਰਲਾ ਬੰਦਾ, ਜਾਣੇ ਦਰ ਤੇ ਜਾਣਦਾ ਹੈ। ਦੁਨੀਆ ਬਹੁਤ ਹੈ, ਗਿਣਤੀ ਬਹੁਤ ਹੈ ਬੰਦਿਆਂ ਦੀ, ਪਰ ਬਹੁਤਿਆਂ ਵਿੱਚੋਂ ਕੋਈ ਵਿਰਲਾ ਬੰਦਾ ਜਾਣਦਾ ਹੈ। ਕੀ ਜਾਣਦਾ ਹੈ ਜੀ? ਕਵਨ ਇਹਾਂ ਜਗ ਮੀਤ। ਕਵਨ ਦਾ ਅਰਥ ਕਿਹੜਾ? ਜਗ, ਇਹਾਂ ਜਗ, ਇਸ ਜਗ ਵਿੱਚ। ਮੀਤ ਦਾ ਅਰਥ ਮਿੱਤਰ। ਕਿਹੜਾ ਮਿੱਤਰ ਹੈ? ਕਿਹੜਾ ਮਿੱਤਰ ਹੈ ਜੀ? ਸਾਡਾ ਆਪਣਾ। ਕੌਣ? ਕਿਹੜਾ ਮਿੱਤਰ ਹੈ? ਕਿਹੜਾ ਦੋਸਤ ਹੈ? ਕਿਹੜਾ ਸਾਡਾ ਆਪਣਾ ਹੈ? ਦੁਨੀਆ ਦੇ ਵਿੱਚ ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਦੇ ਵੀ ਆਹ ਮੇਰਾ ਆਪਣਾ ਹੈ। ਇੱਥੋਂ ਤੱਕ ਵੀ ਸਾਡਾ ਆਹ ਜਿਹੜਾ ਸਰੀਰ ਮੇਰਾ ਆਪਣਾ ਸਰੀਰ ਵੀ ਮੇਰਾ ਆਪਣਾ ਨਹੀਂ ਹੈ। ਹੁਣ ਦੇਖੋ, ਇਹ ਗੱਲ ਦੀ ਸਮਝ ਤਾਂ ਸਾਰਿਆਂ ਨੂੰ ਆ। ਇਸ ਗੱਲ ਦੀ ਸਮਝ ਇਹ ਸੁਣਿਆ ਵੀ ਆ, ਕਿਹਾ ਵੀ ਹੋਏਗਾ ਆਪਾਂ ਜ਼ਿੰਦਗੀ 'ਚ ਦੂਜਿਆਂ ਨੂੰ, ਪਰ ਇਹ ਗੱਲ ਅੰਦਰ ਨਹੀਂ ਅਜੇ ਫਿੱਟ ਨਹੀਂ ਹੋਈ, ਐਕਟਿਵ ਨਹੀਂ ਹੋਈ। ਮੋਬਾਈਲ ਦੇ ਵਿੱਚ ਜਿਹੜੀ ਐਪ ਪਈ ਹੋਵੇ ਨਾ, ਉਹਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਉਹ ਐਕਟਿਵ ਨਹੀਂ ਹੁੰਦੀ। ਜੇ ਉਹ ਡੀਐਕਟਿਵ ਆ ਤੇ ਉਹ ਪਈ ਰਵੇ, ਕੋਈ ਫਾਇਦਾ ਹੀ ਨਹੀਂ। ਸਾਡੇ ਅੰਦਰ ਇਹ ਸੋਚ ਵਿਚਾਰ ਤਾਂ ਹੈ, ਪਰ ਇਹ ਐਕਟਿਵ ਨਹੀਂ ਹੈ। ਦਿਲੋਂ ਅਸੀਂ ਇਸ ਗੱਲ ਨੂੰ ਦਿਲੋਂ ਨਹੀਂ ਮੰਨਿਆ ਜੀ। ਹੁਣ ਦੇਖੋ, ਗੁਰੂ ਕਹਿੰਦੇ ਨੇ ਕੋਈ ਜਾਣੇ ਕਵਨ ਇਹਾ ਜਗ ਮੀਤ। ਕਹਿੰਦੇ ਕੋਈ ਵਿਰਲਾ ਬੰਦਾ ਜਾਣਦਾ ਹੈ ਵੀ ਇਸ ਜਗਤ ਵਿੱਚ ਕੌਣ ਮਿੱਤਰ ਹੈ। ਮਤਲਬ ਕੋਈ ਮਿੱਤਰ ਨਹੀਂ ਇਸ ਜੱਗ ਵਿੱਚ, ਕੋਈ ਮਿੱਤਰ ਨਹੀਂ ਹੈਗਾ, ਕੋਈ ਆਪਣਾ ਨਹੀਂ ਹੈਗਾ, ਕੁਝ ਵੀ ਸਾਡਾ ਆਪਣਾ ਨਹੀਂ ਆ। ਪਰ ਇਹ ਗੱਲ ਸਮਝ ਹੋ ਸਕਦੀ ਸਾਰਿਆਂ ਨੂੰ, ਪਰ ਕੋਈ ਵਿਰਲਾ ਬੰਦਾ ਜਾਣਦਾ, ਆਪਣੇ ਦਿਲੋਂ ਕੋਈ ਵਿਰਲਾ ਜਾਣਦਾ। ਇਹ ਗੱਲ ਐਕਟਿਵ, ਜਿਹੜੀ ਇਹ ਗੱਲ ਕਿਸੇ ਅੰਦਰ ਐਕਟਿਵ ਹੋ ਜਾਏ, ਉਹ ਕੋਈ ਵਿਰਲਾ ਬੰਦਾ। ਹੁਣ ਅਸੀਂ ਪਹਿਲੀ ਪੰਕਤੀ ਪੜ੍ਹੀ ਕਿ ਕੋਈ ਜਾਣੇ ਕੋਈ ਜਾਣਦਾ ਹੈ, ਕੋਈ ਵਿਰਲਾ ਬੰਦਾ ਜਾਣਦਾ ਹੈ। ਕਵਨ ਇਹਾਂ ਜਗ ਮੀਤ। ਇਸ ਜੱਗ ਵਿੱਚ ਕੌਣ ਮਿੱਤਰ ਆ? ਮਤਲਬ ਕੋਈ ਮਿੱਤਰ ਨਹੀਂ, ਕੋਈ ਆਪਣਾ ਨਹੀਂ। ਸਭ ਦੇਸ਼ ਪਰਾਇਆ, ਇਹ ਸੰਸਾਰ ਪਰਾਇਆ ਵਾ। ਇਹ ਸੰਸਾਰ ਆਪਣਾ ਵੀ ਆ, ਪਰਾਇਆ ਵੀ ਆ। ਤੋ ਸਾਧ ਸੰਗਤ, ਜਿਵੇਂ ਬੱਚੀ ਮਾਤਾ ਪਿਤਾ ਦੇ ਘਰ ਵਿੱਚ ਪੈਦਾ ਹੁੰਦੀ ਆ, ਉਹ ਘਰ ਉਹਦਾ ਆਪਣਾ ਵੀ ਆ, ਪਰ ਉਹ ਬੱਚੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ, ਪਤੀ ਦੇ ਘਰ ਜਾਂਦੀ ਹੈ ਨਾ, ਤੇ ਫਿਰ ਉਹ ਆਪਣਾ ਘਰ ਪਰਾਇਆ ਹੋ ਗਿਆ ਨਾ। ਉਹ ਘਰ ਉਹਦਾ ਆਪਣਾ ਵੀ ਆ, ਪਰ ਉਹ ਘਰ ਪਰਾਇਆ ਵੀ ਆ। ਬੱਚੀ ਤੇ ਕੇਵਲ ਉਹਨੇ ਮਾਤਾ ਪਿਤਾ ਦੇ ਘਰ ਜਨਮ ਲਿਆ ਹੈ, ਉਹ ਤਾਂ ਉਸ ਘਰ ਦੇ ਵਿੱਚ ਕੁਝ ਸਾਲ ਉਹਨੇ ਖੇਡਣਾ ਹੈ, ਕੁਝ ਸਾਲ ਉਹਨੇ ਵੱਡਾ ਹੋਣਾ ਹੈ। ਅਸਲੀ ਘਰ ਉਹਦਾ ਪਤੀ ਦਾ ਘਰ ਹੈ। ਸਾਡੇ ਸਮਾਜ ਵਿੱਚ ਉਹ ਤੇ ਮਾਤਾ ਪਿਤਾ ਦੇ ਘਰ ਵਿੱਚ ਜੰਮਦੀ ਹੈ, ਵੱਡੀ ਹੁੰਦੀ ਆ, ਤੇ ਪਤੀ ਦੇ ਘਰ ਪਹੁੰਚ ਜਾਂਦੀ ਹੈ। ਉਹਦਾ ਘਰ ਆਪਣਾ ਵੀ ਆ, ਪਰ ਉਹ ਉਹਦਾ ਘਰ ਪਰਾਇਆ ਘਰ ਆ। ਅਸਲ ਵਿੱਚ ਉਹ ਪਰਾਇਆ ਘਰ ਆ। ਪੇਕਾ ਘਰ, ਮਾਂ ਪਿਓ ਦਾ ਘਰ ਪਰਾਇਆ ਘਰ ਆ। ਅਸਲੀ ਘਰ ਸਹੁਰਾ ਘਰ ਆ, ਜਿੱਥੇ ਉਹਨੇ ਸਾਰੀ ਜ਼ਿੰਦਗੀ ਰਹਿਣਾ, ਪਰਿਵਾਰ ਬੱਚਿਆਂ ਨਾਲ ਰਹਿਣਾ। ਸਹੁਰਾ ਘਰ ਉਹਦਾ ਆਪਣਾ ਘਰ ਆ, ਪਰ ਸਹੁਰਾ ਘਰ ਆਪਣਾ ਨਹੀਂ ਸੀ। ਇਹ ਸੰਸਾਰ ਸਾਡਾ ਪੇਕਾ ਘਰ ਆ ਜੀ। ਆ ਜਿਹੜਾ ਸਭਨਾ ਸਹੁਰੇ ਵੰਝਣਾ, ਅਸੀਂ ਸਾਰਿਆਂ ਨੇ ਸਹੁਰੇ ਘਰ ਜਾਣਾ, ਪਰਲੋਕ ਜਾਣਾ, ਇੱਥੋਂ ਮਰ ਕੇ ਇੱਥੋਂ ਜਾਣਾ ਆਪਾਂ। ਤੋ ਸਾਧ ਸੰਗਤ ਕਹਿੰਦੇ ਨੇ ਕੋਈ ਕਿਸੇ ਦਾ ਨਹੀਂ, ਇੱਥੇ ਕੋਈ ਆਪਣਾ ਨਹੀਂ ਜਾਏਗਾ, ਸਾਰੇ ਪਰਾਇਆ, ਸਭ ਦੇਸ਼ ਪਰਾਇਆ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਿਆ ਸੀ ਇੱਕ ਦਿਨ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ। ਕਬੀਰ ਸਾਹਿਬ ਕਹਿੰਦੇ ਆ ਵੀ ਮੈਂ ਨਾ ਗਲੀ ਮੁਹੱਲੇ ਵਿੱਚ, ਚੌਂਕ ਵਿੱਚ, ਚੁਰਸਤੇ ਵਿੱਚ ਮੈਂ ਆਪਣੇ ਮੋਢੇ ਦੇ ਉੱਤੇ ਨਗਾਰਾ ਢੋਲ ਰੱਖ ਕੇ
ਢੋਲ ਦੇ ਉੱਤੇ ਡਗਾ ਲਗਾ ਕੇ ਠੋਕ ਵਜਾ ਕੇ ਮੈਂ ਦੁਨੀਆ ਦੇ ਵਿੱਚ ਪਤਾ ਕੀਤਾ। ਪੁੱਛਿਆ ਵੀ ਇੱਥੇ ਕੋਈ ਕਿਸੇ ਦਾ ਹੈਗਾ ਹੈ? ਕਹਿੰਦੇ ਦੁਨੀਆ ਚੋਂ ਆਵਾਜ਼ ਆਈ ਵੀ ਇੱਥੇ ਕੋਈ ਕਿਸੇ ਦਾ ਨਹੀਂ। ਕਬੀਰ ਸਾਹਿਬ ਕਹਿੰਦੇ ਕੋਈ ਕਿਸੇ ਦਾ ਨਹੀਂ। ਮੈਂ ਗਲੀ ਮੁਹੱਲੇ ਵਿੱਚ, ਸ਼ਹਿਰ ਪਿੰਡ ਵਿੱਚ ਜਾ ਕੇ ਦੇਖਿਆ ਤੇ ਮੈਂ ਇੱਕ ਗੱਲ ਦਾ ਇਹ ਮੈਂ ਸਿੱਟਾ ਕੱਢਿਆ ਵੀ ਇੱਥੇ ਕੋਈ ਕਿਸੇ ਦਾ ਨਹੀਂ। ਇੱਥੋਂ ਤੱਕ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਹੁਣ ਕਿਸੇ ਨਾਲ ਬੋਲਣਾ ਹੀ ਨਹੀਂ, ਬਸ ਛੱਡ ਦਿਓ ਸਾਰਾ ਕੁਝ। ਨਹੀਂ, ਸੰਸਾਰ ਦੀ ਸੇਵਾ ਕਰਨੀ ਆ, ਫਰਜ਼ ਨਿਭਾਉਣੇ ਆ, ਮਨੁੱਖਤਾ ਦੀ ਸੇਵਾ ਕਰਨ, ਜਿੱਥੇ ਹੋ ਸਕੇ ਹੈਲਪ ਕਰ ਦਿਓ। ਸੰਸਾਰ ਨੂੰ ਅੱਗੇ ਵਧਾਉਣ ਵਾਸਤੇ ਯੋਗਦਾਨ ਪਾਈਏ। ਜਿਨ੍ਹਾਂ ਨੇ ਖੋਜਾਂ ਕੀਤੀਆਂ, ਦਵਾਈਆਂ ਪੈਦਾ ਕੀਤੀਆਂ, ਹੈਲੀਕਾਪਟਰ ਪੈਦਾ, ਜਹਾਜ਼ ਪੈਦਾ ਕੀਤੇ ਨੇ, ਉਹਨਾਂ ਨੇ ਮਨੁੱਖਤਾ ਵਾਸਤੇ ਸੰਸਾਰ ਵਿੱਚ ਬੜੀ ਵੱਡੀ ਸੇਵਾ ਕੀਤੀ। ਉਹਨਾਂ ਨੇ ਯੋਗਦਾਨ ਪਾਇਆ, ਤਰੱਕੀ ਵਿੱਚ ਯੋਗਦਾਨ ਪਾਇਆ। ਅੱਜ ਜਿੰਨਾ ਸਾਡਾ ਸਮਾਜ ਤਰੱਕੀ ਵਿੱਚ ਹੈ, ਇਹ ਉਹਨਾਂ ਲੋਕਾਂ ਕਰਕੇ ਹੈ ਜਿਹੜੇ ਵਿਕਸਿਤ ਲੋਕ ਸਨ, ਜਿਨ੍ਹਾਂ ਨੇ ਸਮਾਜ ਲਈ, ਸਾਡੇ ਲਈ ਮਿਹਨਤਾਂ ਕੀਤੀਆਂ, ਖੋਜਾਂ ਕੀਤੀਆਂ। ਅੱਜ ਜਿੰਨਾ ਅਸੀਂ ਵਿਕਾਸ ਕੀਤਾ ਹੈ ਉਹ ਚੰਗੇ ਲੋਕਾਂ ਕਰਕੇ ਕੀਤਾ ਹੈ। ਅੱਜ ਜਿੰਨਾ ਸੰਸਾਰ ਚੰਗਾ ਆ ਉਹ ਚੰਗੇ ਲੋਕਾਂ ਕਰਕੇ ਆ। ਜੇ ਅੱਜ ਸੰਸਾਰ ਮਾੜਾ ਵਾ ਉਹ ਮਾੜੇ ਲੋਕਾਂ ਕਰਕੇ ਆ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਭ ਜਗ ਹੋਂ ਫਿਰਿਓ। ਸਭ ਜਗ, ਸਾਰੇ ਜਗਤ ਵਿੱਚ, ਗਲੀ ਮੁਹੱਲਾ ਪਿੰਡ, ਕੋਈ ਸ਼ਹਿਰ ਨਹੀਂ ਛੱਡਿਆ। ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਮਾਂਦਲ ਦਾ ਅਰਥ ਹੈ ਨਗਾਰਾ, ਢੋਲ, ਢੋਲ ਕਹਿ ਲਓ ਤੁਸੀਂ, ਤੇ ਕੰਧ ਦਾ ਅਰਥ ਹੈ ਕੰਧਾ, ਮੋਢਾ, ਸੋਲਜਰ। ਮਾਂਦਲ ਕੰਧ ਚੜਾਏ ਦਾ ਅਰਥ ਮੈਂ ਆਪਣੇ ਮੋਢੇ ਉੱਤੇ ਢੋਲ ਰੱਖ ਕੇ, ਚੱਕ ਕੇ, ਵਜਾ ਕੇ ਪੁੱਛਿਆ ਵਾ। ਮਾਂਦਲ ਕੰਧ ਚੜਾਏ ਤੇ ਕਹਿੰਦੇ ਆਵਾਜ਼ ਆਈ, ਕੋ ਕਾਹੂ ਕੋ ਨਹੀਂ। ਕੋਈ ਕਿਸੇ ਦਾ ਨਹੀਂ। ਕੋਈ ਕਾਹੂ ਕੋ ਨਹੀਂ, ਸਭ ਦੇਖੇ ਠੋਕ ਬਜਾਏ। ਕਬੀਰ ਸਾਹਿਬ ਕਹਿੰਦੇ ਮੈਂ ਠੋਕ ਵਜਾ ਕੇ ਤੱਕਿਆ ਔਰ ਮੈਂ ਇਹ ਫੈਸਲਾ ਕਰਕੇ ਕਹਿੰਦਾ, ਦੁਨੀਆ ਦੇ ਲੋਕੋ ਕੋਈ ਕਿਸੇ ਦਾ ਆਪਣਾ ਨਹੀਂ ਜੀ। ਇੱਥੋਂ ਤੱਕ ਸਾਡਾ ਸਰੀਰ ਵੀ ਸਾਡਾ ਆਪਣਾ ਨਹੀਂ। ਕੇਵਲ ਮੋਹ ਮਮਤਾ ਦੇ ਜਾਲ ਵਿੱਚ ਆਪਾਂ ਫਸੇ ਆ, ਪਰ ਫਰਜ਼ ਨਿਭਾਉਣਾ ਹੈ, ਸੇਵਾ ਕਰਨੀ ਆ, ਆਪਣੇ ਪਰਿਵਾਰਾਂ, ਧੀਆਂ ਪੁੱਤਰਾਂ ਨੂੰ ਸਟੈਂਡ ਕਰਨਾ, ਇਹਨਾਂ ਲਈ ਮਿਹਨਤ ਕਰਨੀ ਆ। ਹਰ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਲਈ ਕਰਦਾ, ਕੀੜੇ ਮਕੌੜੇ ਵੀ ਆਪਣੇ ਬੱਚਿਆਂ ਲਈ ਕਰਦੇ ਆ। ਇੱਥੋਂ ਤੱਕ ਆਪਣੇ ਬੱਚਿਆਂ ਦੀ ਖਾਤਰ ਵੱਡੇ ਨਾਲ ਪੰਗਾ ਵੀ ਲੈ ਲੈਂਦੇ ਆ। ਹੁਣ ਤੇ ਫੇਸਬੁੱਕ ਕਈ ਵਾਰ ਆ ਗਿਆ, ਇੱਕ ਮੱਝ ਦਾ ਬੱਚਾ ਸ਼ੇਰ ਖਾ ਰਿਹਾ। ਮੱਝ ਨੇ ਸ਼ੇਰ ਨੂੰ ਢੁੱਡ ਮਾਰ ਦਿੱਤੀ, ਸਿੰਗ ਮਾਰ ਦਿੱਤਾ ਆਪਣੇ ਬੱਚਿਆਂ ਦੀ ਖਾਤਰ। ਸ਼ੇਰ ਨਾਲ ਟੱਕਰ ਲੈ ਲਈ ਜੀ। ਇੱਕ ਛੋਟੀ ਜੀ ਹਿਰਨ ਵੀ ਖੁੰਖਾਰ ਜਾਨਵਰਾਂ ਨਾਲ ਟੱਕਰ ਲੈ ਲੈਂਦੇ ਆਪਣੇ ਬੱਚਿਆਂ ਦੀ ਖਾਤਰ। ਚੂਹਾ ਸੱਪ ਦੇ ਨਾਲ ਲੜ ਰਿਹਾ, ਭਾਵੇਂ ਕਿ ਸੱਪ ਦੀ ਖੁਰਾਕ ਹੈ ਚੂਹਾ, ਤੇ ਚੂਹਾ ਜਿਹੜਾ ਹੈ ਨਾ ਉਹ ਸੱਪ ਦੇ ਨਾਲ ਵੀ ਭਿੜ ਗਿਆ ਜੀ, ਟੱਕਰ ਲੈ ਲਈ ਉਹਨੇ ਆਪਣੇ ਬੱਚਿਆਂ ਦੀ ਖਾਤਰ। ਇਹਦਾ ਮਤਲਬ ਇਹ ਨਹੀਂ ਜਿਹੜੇ ਬਾਣੀ 'ਚ ਅਸੀਂ ਬਚਨ ਪੜ੍ਹ ਰਹੇ ਹਾਂ ਵੀ ਅਸੀਂ ਭੁੱਲ ਜਾਈਏ ਧੀਆਂ ਪੁੱਤਰ, ਪਰਿਵਾਰ, ਰਿਸ਼ਤੇਦਾਰੀਆਂ ਭੁੱਲ ਜਾਈਏ, ਸਮਾਜ ਆਪਣਾ, ਸੰਸਾਰ ਨਹੀਂ। ਨਹੀਂ, ਸੰਸਾਰ ਦੇ ਵਿੱਚ ਚੰਗਾ ਯੋਗਦਾਨ ਪਾਉਣਾ ਹੈ, ਧਰਤੀ ਧਰਮਸ਼ਾਲਾ ਦੀ ਸੇਵਾ ਕਰਨੀ। ਹੁਣ ਆਪਣੇ ਬਚਨਾਂ ਤੇ ਆਈਏ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਕੋ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਹਿੰਦੇ ਮੈਂ ਠੋਕ ਬਜਾ ਕੇ ਵੇਖਿਆ, ਕੋ ਕਾਹੂ ਕੋ ਨਹੀਂ, ਕੋਈ ਕਿਸੇ ਦਾ ਨਹੀਂ ਹੈ। ਅੱਜ ਬਚਨ ਆਇਆ, ਕੋਈ ਜਾਣੇ ਕਵਨ ਇਹਾ ਜਗ ਮੇਤ। ਕੋਈ ਜਾਣੇ, ਕੋਈ ਵਿਰਲਾ ਬੰਦਾ ਇਹ ਸਮਝਦਾ ਹੈ ਇਸ ਗੱਲ ਨੂੰ। ਕੋਈ ਵਿਰਲਾ ਬੰਦਾ ਆਪਣੇ ਹਿਰਦੇ ਵਿੱਚੋਂ ਸਮਝਦਾ ਹੈ ਵੀ ਇੱਥੇ ਕੋਈ ਮਿੱਤਰ ਕਿਸੇ ਦਾ ਹੈਗਾ, ਭਾਵ ਨਹੀਂ ਹੈਗਾ। ਕਵਨ ਇਹਾ ਜਗ ਮੀਤ, ਮੀਤ ਦਾ ਅਰਥ ਹੈ ਮਿੱਤਰ। ਹੁਣ ਅਗਲੀ ਪੰਕਤੀ ਅਸੀਂ ਪੜ੍ਹੀਏ ਜੀ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਜਿਹਦੇ ਉੱਤੇ ਰੱਬ ਕਿਰਪਾਲੂ ਹੋਇਆ, ਸੋਈ ਬਿਦ ਬੁਝੇ। ਕਹਿੰਦੇ ਆਹ ਗੱਲ ਉਹ ਬੁਝਦਾ ਜੇ ਦਿਲੋਂ। ਸਮਝ ਵੈਸੇ ਸਾਰਿਆਂ ਨੂੰ ਆ, ਸਮਝ ਮੈਨੂੰ ਵੀ ਆ ਗਈ ਆ, ਪਰ ਮੈਂ ਅੰਦਰੋਂ ਦਿਲੋਂ ਅਜੇ ਸਵੀਕਾਰ ਨਹੀਂ ਕੀਤਾ ਇਸ ਗੱਲ ਨੂੰ। ਮੈਂ ਆਪਣੇ ਹਿਰਦੇ ਦੀ ਗਹਿਰਾਈਆਂ ਵਿੱਚੋਂ ਇਸ ਗੱਲ ਨੂੰ ਐਕਸੈਪਟ ਨਹੀਂ ਕੀਤਾ। ਪਰ ਕਹਿੰਦੇ ਇਹ ਗੱਲ ਉਹ ਬੰਦਾ ਆਪਣੇ ਅੰਦਰ ਫੀਲ ਕਰਦਾ ਆ, ਉਹਦੇ ਅੰਦਰ ਇਹ ਗੱਲ ਦਿਲੋਂ ਹੁੰਦੀ ਆ
ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਤੇ ਦੇਖੋ ਗੱਲ ਸਾਨੂੰ ਸਾਰਿਆਂ ਨੂੰ ਸਮਝਿਆ, ਪਰ ਸਾਡੇ ਅੰਦਰ ਉਹ ਫੀਲਿੰਗ ਨਹੀਂ ਆਈ, ਇਸ ਗੱਲ ਨੂੰ ਅਸੀਂ ਫੀਲ ਨਹੀਂ ਕੀਤਾ। ਇਹ ਗੱਲ ਸਾਡਾ ਹਿਰਦਾ ਨਹੀਂ ਬਣੀ, ਇਹ ਗੱਲ ਸਾਡੇ ਹਿਰਦੇ ਵਿੱਚ ਨਹੀਂ ਫਿੱਟ ਹੋਈ। ਸਮਝ ਹੈਗੀ ਆ। ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ, ਤੇ ਜਿਹੜਾ ਬੰਦਾ ਬੁੱਝ ਲੈਂਦਾ ਨਾ ਇਸ ਗੱਲ ਨੂੰ, ਆਪਣੇ ਹਿਰਦੇ ਵਿੱਚੋਂ ਫੀਲ ਕਰ ਲੈਂਦਾ ਹੈ, ਤਾਂ ਕਿ ਨਿਰਮਲ ਰੀਤ, ਕਹਿੰਦੇ ਉਹਦੀ ਜਿਹੜੀ ਰੀਤ ਆ, ਰੀਤ ਅਰਥ ਰੀਤੀ ਰਿਵਾਜ, ਰਹਿਣ ਸਹਿਣ, ਉਹਦਾ ਲਾਈਫ ਸਟਾਈਲ, ਉਹਦੀ ਜ਼ਿੰਦਗੀ, ਤਾਂ ਕਿ ਨਿਰਮਲ ਰੀਤ ਉਹਦੀ ਨਿਰਮਲ ਹੋ ਜਾਂਦੀ ਹੈ। ਰੀਤ ਦਾ ਅਰਥ ਕੀ ਬਣਿਆ? ਉਹਦੀ ਜ਼ਿੰਦਗੀ, ਉਹਦੇ ਜਿਉਣ ਦਾ ਢੰਗ, ਉਹਦੀ ਜ਼ਿੰਦਗੀ ਜਿਉਣ ਦੀ ਜੁਗਤ ਨਿਰਮਲ ਹੋ ਜਾਂਦੀ, ਉਹਦਾ ਰਹਿਣ ਸਹਿਣ ਪਵਿੱਤਰ ਹੋ ਜਾਂਦਾ ਜੀ। ਜਿਹੜਾ ਇਸ ਗੱਲ ਨੂੰ ਸਮਝ ਲੈਂਦਾ, ਉਹਦਾ ਰਹਿਣ ਸਹਿਣ, ਉਹਦਾ ਲਾਈਫ ਸਟਾਈਲ ਜਿਹੜਾ ਹੈ ਬੜਾ ਪਾਕ ਪਵਿੱਤਰ ਹੋ ਜਾਂਦਾ। ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਰੱਬ ਕਿਰਪਾਲੂ ਹੁੰਦਾ, ਸੋਈ ਬਿਦ ਬੁੱਝੇ, ਉਹੀ ਇਹ ਵਿਧੀ ਬੁੱਝਦਾ, ਇਹ ਗੱਲ ਸਮਝਦਾ, ਤਾਂ ਕਿ ਨਿਰਮਲ ਰੀਤ, ਉਹਦੀ ਜਿਹੜੀ ਰੀਤ ਹੈ ਜ਼ਿੰਦਗੀ ਜਿਉਣ ਦੀ, ਜਿਹੜੀ ਜੁਗਤ ਹੈ, ਉਹ ਨਿਰਮਲ ਹੋ ਜਾਂਦੀ ਹੈ। ਅਗਲੀ ਪੰਕਤੀ, ਮਾਤ ਪਿਤਾ ਬਨਤਾ ਸੁਤ ਬੰਦਪ, ਮਾਤਾ ਪਿਤਾ, ਬੰਤਾ ਦਾ ਅਰਥ ਹੈ ਪਤਨੀ, ਸੁਤ ਦਾ ਅਰਥ ਹੈ ਪੁੱਤਰ, ਬੰਦਪ ਦਾ ਅਰਥ ਹੈ ਰਿਸ਼ਤੇਦਾਰ, ਇਸ਼ਟ ਮੀਤ ਅਰ ਭਾਈ, ਇਸ਼ਟ ਦਾ ਅਰਥ ਹੁੰਦਾ ਹੈ ਉਸਤਾਦ ਗੁਰੂ, ਮੀਤ ਦਾ ਅਰਥ ਹੈ ਮਿੱਤਰ, ਅਰ ਭਾਈ ਦਾ ਅਰਥ ਹੈ ਭਰਾ। ਹੁਣ ਦੇਖੋ ਕਿੰਨੇ ਰਿਸ਼ਤੇ, ਮਾਤਾ ਪਿਤਾ, ਧੀਆਂ ਪੁੱਤਰ, ਭੈਣ ਭਰਾ, ਸਾਰੇ ਆ ਗਏ ਨਾ ਜੀ। ਮਾਤ ਪਿਤਾ ਬੰਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਕਹਿੰਦੇ ਪਹਿਲੇ ਜਨਮਾਂ ਦੇ ਸੰਜੋਗਾਂ ਦੇ ਨਾਲ ਇਹਨਾਂ ਨਾਲ ਮਿਲਾਪ ਹੋਇਆ। ਜਿਹੜੇ ਅੱਜ ਸਾਡੇ ਮਾਂ ਪਿਓ ਵਾ, ਧੀਆਂ ਪੁੱਤਰ ਆ, ਭੈਣ ਭਰਾ ਵਾ, ਦੋਸਤ ਮਿੱਤਰ ਆ, ਇਹ ਪੂਰਬ ਜਨਮ ਦੇ ਸੰਜੋਗਾਂ ਦੀ ਵਿਧੀ ਹੈ, ਵਿਧਾਨ ਆ, ਤੇ ਮੇਲ ਹੋਇਆ ਹੈ। ਪੂਰਬ ਜਨਮ ਕੇ ਮਿਲੇ ਸੰਜੋਗੇ, ਅੰਤੇ ਕੋ ਨਾ ਸਹਾਏ, ਪਰ ਕਹਿੰਦੇ ਅੰਤਲੇ ਸਮੇਂ ਕੋਈ ਵੀ ਸਹਾਇਕ ਨਹੀਂ। ਇਹ ਸਾਰੇ ਰਿਸ਼ਤੇ ਜਿਹੜੇ ਨੇ, ਭਾਵਾਂ ਕਿ ਪੂਰਬਲੇ ਜਨਮਾਂ ਦੇ ਕੋਈ ਵਿਧੀ ਵਿਧਾਨ, ਕੋਈ ਸੰਜੋਗ ਐਸਾ ਹੋਇਆ ਤੇ ਸਾਡਾ ਮੇਲ ਹੋਇਆ ਹੈ, ਪਹਿਲੇ ਜਨਮਾਂ ਦੇ ਕਰਮਾਂ ਕਰਕੇ ਸਾਡਾ ਸੰਜੋਗ ਹੋਇਆ, ਸਾਡਾ ਮੇਲ ਹੋਇਆ, ਪਰ ਕਹਿੰਦੇ ਨੇ ਅੰਤੇ ਕੋ, ਅੰਤਲੇ ਸਮੇਂ ਵੀ ਕੋਈ ਇਹਨਾਂ ਵਿੱਚੋਂ, ਅੰਤੇ ਕੋ ਨਾ ਸਹਾਈ, ਅੰਤਲੇ ਸਮੇਂ, ਮੌਤ ਦੇ ਸਮੇਂ ਇਹਨਾਂ ਵਿੱਚੋਂ ਕੋਈ ਸਹਾਇਕ ਨਹੀਂ ਬਣ ਸਕੇਗਾ, ਇਹਨਾਂ ਵਿੱਚ ਕੋਈ ਸਹਾਇਕ ਨਹੀਂ। ਮਾਤਾ ਪਿਤਾ, ਧੀਆਂ ਪੁੱਤਰ, ਭੈਣ ਭਰਾ, ਬੰਦਾ ਕਹਿੰਦਾ ਕਿ ਜਿੰਨਾ ਚਿਰ ਮੇਰੇ ਭਰਾ ਨੇ ਨਾ, ਮੇਰਾ ਭਰਾ ਮੇਰੀਆਂ ਬਾਹਾਂ ਨੇ, ਮੈਨੂੰ ਕੋਈ ਪਰਵਾਹ ਨਹੀਂ। ਤੇ ਬੰਦਾ ਜਦੋਂ ਤਾਕਤ ਹੋਵੇ ਤੇ ਬੰਦਾ ਦੂਜੇ ਬੰਦੇ ਨੂੰ ਬੰਦਾ ਨਹੀਂ ਸਮਝਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਨਹੀਂ, ਅੰਤੇ ਕੋ ਨਾ ਸਹਾਈ, ਅੰਤਲੇ ਸਮੇਂ ਕੋਈ ਵੀ ਤੇਰੀ ਸਹਾਇਤਾ ਨਹੀਂ ਕਰ ਸਕੇਗਾ, ਸਹਾਇਕ ਨਹੀਂ ਬਣ ਸਕੇਗਾ, ਤੈਨੂੰ ਮੌਤ ਤੋਂ ਨਹੀਂ ਬਚਾ ਸਕੇਗਾ, ਤੇਰੀ ਜ਼ਿੰਦਗੀ ਨੂੰ ਸਫਲਾ ਨਹੀਂ ਕੋਈ ਕਰ ਸਕੇਗਾ, ਸਫਲਾ ਤੈਨੂੰ ਨਾਮ ਰੱਬ ਨੇ ਕਰਨਾ, ਉਹ ਤੇਰੇ ਆਪਣੇ ਆ, ਪਰ ਉਹਨੂੰ ਤੂੰ ਐਕਸੈਪਟ ਨਹੀਂ ਕੀਤਾ। ਅਗਲੀ ਗੱਲ ਕੀਤੀ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਮੁਕਤ ਸ਼ਬਦ ਜਿਹੜਾ ਇੱਥੇ ਮੁਕਤੀ ਵਾਸਤੇ ਨਹੀਂ ਆਇਆ, ਕਿਉਂਕਿ ਪੰਕਤੀ ਦੇ ਵਿੱਚ ਮੁਕਤ ਮਾਲ ਕਨਕ ਲਾਲ ਸੋਨਾ ਚਾਂਦੀ ਜਦੋਂ ਆਵੇ ਉਦੋਂ ਫਿਰ ਮੁਕਤ ਦਾ ਅਰਥ ਹੈ ਮੋਤੀ। ਮੁਕਤ ਹਿੰਦੀ ਦਾ ਸ਼ਬਦ ਆ ਤੇ ਹਿੰਦੀ ਵਿੱਚ ਮੁਕਤ ਦਾ ਅਰਥ ਹੁੰਦਾ ਜੀ ਮੋਤੀ। ਮੁਕਤ ਦਾ ਅਰਥ ਮੁਕਤੀ ਵੀ ਹੁੰਦਾ, ਮੁਕਤ ਦਾ ਅਰਥ ਮੋਤੀ ਵੀ ਹੁੰਦਾ। ਗੁਰੂ ਕਹਿੰਦੇ ਨੇ ਮੁਕਤ ਮੋਤੀ, ਮਾਲ ਦੌਲਤ, ਮਾਲ ਕਨਕ, ਕਨਕ ਦਾ ਅਰਥ ਸੋਨਾ, ਲਾਲ ਕੀਮਤੀ ਲਾਲ ਜਿਹੜੇ ਰਤਨ ਨੇ, ਹੀਰਾ ਜਿਹੜੇ ਹੀਰੇ ਨੇ, ਲਾਲ ਹੀਰਾ। ਮਨ ਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ। ਕਹਿੰਦੇ ਇਹ ਸਾਰਾ ਕੁਝ ਮਾਇਆ ਵਾ ਜਿਹੜੀ ਮਨ ਨੂੰ ਖੁਸ਼ ਹੁੰਦੀ। ਕਿਸੇ ਕੋ ਹੀਰੇ ਆ ਜਾਣ ਤੇ ਬੰਦਾ ਖੁਸ਼, ਕਿਸੇ ਕੋ ਸੋਨਾ ਆ ਜਾਏ ਤੇ ਬੰਦਾ ਖੁਸ਼, ਮਨ ਖੁਸ਼ ਹੈ ਨਾ ਜੀ।
ਗੁਰੂ ਕਹਿੰਦੇ ਨੇ ਇਹ ਸਾਰੇ ਜਿਹੜੇ ਨੇ ਇਹ ਮਾਇਆ ਦੇ ਪਦਾਰਥ ਮਨ ਨੂੰ ਖੁਸ਼ ਕਰਨ ਵਾਸਤੇ। ਇਹਨਾਂ ਵਿੱਚ ਮਨ ਖੁਸ਼ ਜ਼ਰੂਰ ਹੁੰਦਾ ਹੈ, ਇਹ ਨਹੀਂ ਵੀ ਖੁਸ਼ ਨਹੀਂ ਹੁੰਦਾ, ਖੁਸ਼ ਹੁੰਦਾ ਹੈ, ਪਰ ਉਹ ਖੁਸ਼ੀ ਸੱਚੀ ਨਹੀਂ ਹੈ, ਉਹ ਖੁਸ਼ੀ ਸਹੀ ਨਹੀਂ ਹੈ। ਅੱਜ ਬੀਪੀ ਦੀ ਗੋਲੀ ਲਗਭਗ ਅਸੀਂ ਖਾਣ ਲੱਗ ਪਏ ਹਾਂ। ਜਦੋਂ ਬੀਪੀ ਦੀ ਗੋਲੀ ਖਾਣੇ ਨਾ ਸਾਧ ਸੰਗਤ, ਉਹ ਦਵਾਈ ਇਲਾਜ ਨਹੀਂ ਕਰਦੀ, ਉਹਨੇ ਬਸ ਤੁਹਾਡਾ ਟਾਈਮ ਪਾਸ ਕੀਤਾ, ਉਹਨੇ ਬੀਪੀ ਦਾ ਇਲਾਜ ਨਹੀਂ ਕੀਤਾ ਉਸ ਗੋਲੀ ਨੇ। ਕੋਈ ਸ਼ੂਗਰ ਦੀ ਗੋਲੀ ਖਾਂਦਾ ਹੈ ਤੇ ਉਹਨੇ ਸ਼ੂਗਰ ਦਾ ਪ੍ਰਭਾਵ ਘਟਾ ਦਿੱਤਾ, ਉਹਨੇ ਥੋੜੇ ਵਧਾ ਟਾਈਮ ਪਾਸ ਕਰਾ ਦਿੱਤਾ, ਪਰ ਸ਼ੂਗਰ ਦਾ ਉਹਨੇ ਇਲਾਜ ਨਹੀਂ ਕੀਤਾ। ਅੱਜ ਬੀਪੀ ਦੀ ਗੋਲੀ ਬੀਪੀ ਦਾ ਇਲਾਜ ਨਹੀਂ ਕਰਦੀ, ਸ਼ੂਗਰ ਦੀ ਗੋਲੀ ਸ਼ੂਗਰ ਦਾ ਇਲਾਜ ਨਹੀਂ ਕਰਦੀ। ਇਸੇ ਤਰ੍ਹਾਂ ਇਹ ਜਿਹੜੇ ਹੀਰੇ ਮੋਤੀ ਨੇ ਇਹ ਮਨ ਨੂੰ ਖੁਸ਼ ਜ਼ਰੂਰ ਕਰਦੇ ਆ, ਪਰ ਅਸਲ ਵਿੱਚ ਇਹ ਖੁਸ਼ ਦਾ ਕਾਰਨ ਨਹੀਂ ਬਣ ਵੀ ਲਗਾਤਾਰ ਮਨ ਖੁਸ਼ ਹੋ ਜਾਏ, ਮਨ ਦੀ ਅਵਸਥਾ ਬਣ ਜਾਏ। ਇਹ ਪਦਾਰਥ ਮਨ ਦੀ ਅਵਸਥਾ ਨਹੀਂ ਬਣਾਉਂਦੇ, ਇਹ ਬੇਸ ਜੜ ਤੋਂ ਇਲਾਜ ਨਹੀਂ ਕਰਦੇ। ਉਹ ਝੂਠੀ ਖੁਸ਼ੀ ਆ, ਜਿਹੜੀ 2 ਪਲ ਖੁਸ਼ੀ ਆ ਜੇ ਤੇ ਉਹ ਖੁਸ਼ੀ ਝੂਠੀ ਆ। ਇਹਨਾਂ ਨੂੰ ਵੇਖ ਕੇ ਖੁਸ਼ੀ ਆ ਜਾਏ, ਇਹ ਖੁਸ਼ੀ ਸੱਚੀ ਨਹੀਂ ਆ। ਇਹਨਾਂ ਤੋਂ ਬਿਨਾਂ ਖੁਸ਼ੀ ਅੰਦਰੋਂ ਆਵੇ ਤੇ ਉਹ ਸੱਚੀ ਖੁਸ਼ੀ ਹੈ, ਇਹਨਾਂ ਤੋਂ ਬਿਨਾਂ ਹੀ ਅੰਦਰੋਂ ਖੁਸ਼ੀ ਆਵੇ ਉਹ ਸੱਚੀ ਖੁਸ਼ੀ ਆ। ਤੋ ਸਾਧ ਸੰਗਤ ਗੁਰੂ ਕਹਿੰਦੇ ਨੇ ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਮਨ ਰੰਜਨ ਦਾ ਅਰਥ ਮਨ ਨੂੰ ਖੁਸ਼ ਕਰਨ ਵਾਲੀ ਇਹ ਮਾਇਆ ਵਾ। ਮਨ ਰੰਜਨ ਕੀ ਮਾਇਆ, ਹਾਂ ਹਾਂ ਕਰਤ ਬਿਹਾਨੀ ਅਵਦੈ, ਤਾ ਮਹਿ ਸੰਤੋਖ ਨ ਪਾਇਆ। ਹਾਂ ਹਾਂ ਇਹਦਾ ਅਰਥ ਹੈ ਮੈਂ ਮੇਰੀ, ਮੇਰਾ ਮੇਰਾ। ਕਹਿੰਦੇ ਨੇ ਕਰਤ ਕਰਦਿਆਂ, ਮੈਂ ਕਰਦਿਆਂ, ਮੇਰਾ ਉਹ ਵੀ ਮੇਰਾ ਆ ਵੀ ਮੇਰਾ, ਕਰਦਿਆਂ ਬਿਹਾਨੀ, ਬਿਹਾਨੀ ਦਾ ਅਰਥ ਬਤੀਤ ਕੀਤੀ, ਕੀ ਅਵਦ ਹੈ, ਅਵਦੇ ਦਾ ਅਰਥ ਅਵਦ ਉਮਰ ਏਜ। ਬੰਦੇ ਨੇ ਮੈਂ ਮੇਰੀ ਕਰਦਿਆਂ ਕਰਦਿਆਂ ਹੀ ਉਮਰ ਬਤੀਤ ਕਰ ਲਈ। ਜਿਹੜਾ ਰੱਬ ਨੇ ਪੀਰੀਅਡ ਦਿੱਤਾ ਸੀ ਕੁਝ ਕਰਨ ਵਾਸਤੇ ਉਹ ਕੀਤਾ ਹੀ ਨਹੀਂ, ਕੇਵਲ ਮੈਂ ਮੇਰੀ ਵਿੱਚ ਹੀ ਬੰਦੇ ਦੀ ਸਾਰੀ ਉਮਰ ਲੰਘ ਗਈ। ਹਾਂ ਹਾਂ ਕਰਤ ਬਿਹਾਨੀ ਅਵਦੈ, ਤੇ ਤਾਂ ਮੈਂ ਸੰਤੋਖ ਨਾ ਪਾਇਆ। ਕਹਿੰਦੇ ਇਹਨਾਂ ਪਦਾਰਥਾਂ ਵਿੱਚ ਹੀਰੇ ਮੋਤੀਆਂ ਵਿੱਚ ਵੀ ਬੰਦੇ ਨੇ ਸੰਤੋਖ ਨਹੀਂ ਪ੍ਰਾਪਤ ਕੀਤਾ, ਬੰਦਾ ਸੰਤੋਖੀ ਨਹੀਂ ਬਣਿਆ, ਬੰਦੇ ਵਿੱਚ ਸੰਤੋਖ ਆਇਆ ਹੀ ਨਹੀਂ। ਤੇ ਜੇ ਸੰਤੋਖ ਨਹੀਂ, ਹੀਰੇ ਮੋਤੀਆਂ ਦਾ ਢੇਰ ਵੀ ਲੱਗ ਜਾਏ ਨਾ ਤੇ ਬੰਦਾ ਤਾਂ ਵੀ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ, ਭੁੱਖੇ ਦਾ ਭੁੱਖਾ ਰਹਿੰਦਾ, ਉਹ ਬੰਦਾ ਭੁੱਖਾ ਰਹਿੰਦਾ। ਉਜੈਨ ਸ਼ਹਿਰ ਦਾ ਰਾਜਾ ਭਰਥਰੀ, ਉਹਦਾ ਭਰਾ ਬਿਕਰਮ, ਜਿਹਦੇ ਨਾਮ ਤੋਂ ਜੰਤਰੀ ਆ, ਬਿਕਰਮੀ ਕੈਲੰਡਰ ਜਿਹੜਾ ਉਹਦੇ ਨਾਮ ਤੋਂ। ਇਹਨੂੰ ਐਸੀ ਸੱਟ ਵੱਜੀ, ਠੋਕਰ ਵੱਜੀ ਜੀ, ਇਹਦੇ ਅੰਦਰ ਬੈਰਾਗ ਆਇਆ, ਇਹ ਇਮੋਸ਼ਨਲ ਹੋ ਗਿਆ, ਸੈਡ ਹੋ ਗਿਆ, ਦੁਖੀ ਹੋ ਗਿਆ, ਰਾਜ ਭਾਗ ਛੱਡ ਦਿੱਤਾ। ਰਾਜ ਭਾਗ ਛੱਡਣ ਤੋਂ ਪਹਿਲਾਂ ਗੱਲ ਕਹਿੰਦਾ ਹੈ ਵੀ ਮੈਂ ਧਰਮੀ ਬਣ ਕੇ, ਧਰਮ ਕਮਾ ਕੇ ਰੱਬ ਨੂੰ ਪਾਵਾਂਗਾ, ਮੈਂ ਤੇ ਹੁਣ ਤਾਂ ਰੱਬ ਦਾ ਫਕੀਰ ਬਣ ਗਿਆ। ਜਦੋਂ ਰਸਤੇ ਵਿੱਚ ਤੁਰਿਆ ਜਾ ਰਿਹਾ ਹੈ ਤੇ ਇਹਨੇ ਇੱਕ ਲਾਲ ਦੇਖਿਆ, ਲਿਖਣ ਵਾਲੇ ਨੇ ਲਿਖਿਆ, ਲਾਲ ਦੇਖਿਆ, ਇਹਨੇ ਸੋਚਿਆ ਵੀ ਏਡਾ ਕੀਮਤੀ ਹੈ, ਲਾਲ ਪਿਆ ਆ ਤੇ ਇਹਨੂੰ ਚੱਕ ਲਈਏ, ਅੱਗੇ ਕਿਸੇ ਗਰੀਬ ਨੂੰ ਦੇ ਦਾਂਗੇ, ਜਾਂ ਚੱਕ ਲਈਏ, ਇੱਥੇ ਕੀ ਕਰਦਾ ਪਿਆ। ਇਹਨੇ ਜਦੋਂ ਹੱਥ ਪਾਉਣ ਲੱਗਿਆ ਤੇ ਇਹਦੇ ਹੱਥ ਲਿਬੜ ਗਏ, ਕਿਸੇ ਨੇ ਪਾਨ ਖਾ ਕੇ ਤੁੱਕਿਆ ਹੋਇਆ ਸੀ। ਜਦੋਂ ਹੱਥ ਲਿਬੜ ਗਿਆ ਨਾ, ਬੜਾ ਦੁਖੀ ਹੋਇਆ ਵੀ ਰਾਜ ਭਾਗ ਤੂੰ ਛੱਡ ਕੇ ਆ ਰਹੀ ਹੈ, ਰਾਜੇ ਦਾ ਖਜ਼ਾਨਾ ਤੂੰ ਛੱਡ ਕੇ ਆ ਰਹੇ ਹੈ, ਮਹੱਲ ਤੂੰ ਛੱਡ ਕੇ ਆ ਰਹੇ ਹੈ, ਸ਼ਾਹੀ ਖਾਣੇ, ਸ਼ਾਹੀ ਲਿਬਾਸ, ਸ਼ਾਹੀ ਜ਼ਿੰਦਗੀ ਤੂੰ ਛੱਡ ਰਹੇ ਹੈ। ਤੇ ਰਸਤੇ ਵਿੱਚ ਇੱਕ ਮੋਤੀ ਦੇ ਉੱਤੇ ਡਿੱਗ ਪਿਆ, ਰਸਤੇ ਵਿੱਚ ਇੱਕ ਮੋਤੀ ਨੂੰ ਪਕੜਨ ਵਾਸਤੇ ਹੱਥ ਅੱਗੇ ਕੀਤਾ। ਬੜਾ ਦੁਖੀ ਹੋਇਆ ਵੀ ਲਾਲਚ ਨੇ, ਭਾਵਾਂ ਕਿ ਹੀਰੇ ਮੋਤੀ ਛੱਡ ਕੇ ਆਇਆ,
ਲਾਲਚ ਨੇ ਡੇਗ ਦਿੱਤਾ ਇੱਕ ਹੀਰੇ ਦੇ ਉੱਤੇ, ਉਹ ਵੀ ਹੀਰਾ ਨਹੀਂ ਸੀ। ਸਾਧ ਸੰਗਤ, ਗੁਰੂ ਕਹਿੰਦੇ ਆ ਵੀ ਜੇ ਬੰਦਿਆ ਤੂੰ ਆਪਣੇ ਅੰਦਰ ਸੰਤੋਖ ਨਹੀਂ ਪੈਦਾ ਕੀਤਾ ਤੇ ਫਿਰ ਤੇਰੇ ਵਾਸਤੇ ਉਹ ਹੀਰਾ ਵਾ, ਉਹ ਸੋਨਾ ਆ। ਤੇ ਜੇ ਤੂੰ ਆਪਣੇ ਅੰਦਰ ਸੰਤੋਖ ਪੈਦਾ ਕਰ ਲਿਆ, ਉਹ ਦੂਜੇ ਪਿਆ ਪਰਾਇਆ ਸੋਨਾ ਤੇਰੇ ਵਾਸਤੇ ਮਿੱਟੀ ਆ। ਉਹ ਹੀਰੇ ਮੋਤੀ ਤੇਰੇ ਲਈ ਮਿੱਟੀ ਹੋਣਗੇ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਆ ਨਾ, ਕੰਚਨ ਮਾਟੀ ਮਾਨੇ ਦਾ ਅਰਥ ਇਹ ਸੀ। ਕੰਚਨ ਦਾ ਅਰਥ ਸੋਨਾ। ਕਹਿੰਦੇ ਸੋਨੇ ਨੂੰ ਮਿੱਟੀ ਮੰਨਦਾ ਹੈ। ਉਹ ਮੂਰਖ ਨਹੀਂ ਆ ਵੀ ਜਿਹੜਾ ਸੋਨੇ ਨੂੰ ਮਿੱਟੀ ਕਹੀ ਜਾਂਦਾ ਵੀ ਸੋਨਾ ਨਹੀਂ ਮਿੱਟੀ ਹੈ। ਨਹੀਂ, ਉਹ ਅਵਸਥਾ ਵਾ ਵੀ ਇਹ ਮੇਰੇ ਵਾਸਤੇ ਮਿੱਟੀ ਹੈ ਤੇ ਸੋਨਾ ਹੀ ਆ, ਪਰ ਇਹ ਮੈਂ ਇਹਨੂੰ ਮਿੱਟੀ ਦੇ ਬਰਾਬਰ ਮੰਨਦਾ ਵਾਂ। ਇਹਦਾ ਮੇਰੇ ਉੱਤੇ ਕੋਈ ਅਸਰ ਨਹੀਂ, ਜਿਵੇਂ ਮਿੱਟੀ ਦਾ ਅਸਰ ਨਹੀਂ ਇਹਦਾ ਵੀ ਅਸਰ ਕੋਈ ਨਹੀਂ ਮੇਰੇ ਤੇ। ਪਰ ਇੱਕ ਹੀਰਾ ਦੇਖਿਆ ਤੇ ਭਰਤਰੀ ਦੇ ਉੱਤੇ ਅਸਰ ਹੋ ਗਿਆ। ਕਹਿੰਦਾ ਵੀ ਇਹਨੂੰ ਚੱਕ ਲਈਏ, ਕਿਸੇ ਨੂੰ ਦੇ ਦਾਂਗੇ, ਇਹਨੂੰ ਚੱਕ ਲਈਏ, ਜੇਬ ਚ ਪਾ ਲਈਏ। ਤੋ ਸਾਧ ਸੰਗਤ, ਹਜ਼ੂਰ ਕਹਿੰਦੇ ਨੇ ਤਾ ਮੈਂ ਸੰਤੋਖ ਨਾ ਪਾਇਆ, ਹਸਤ ਰਥ ਅਸਵ ਪਵਨ, ਤੇਜ ਧਣੀ ਭੂਮਨ ਚਤੁਰੰਗਾ। ਹਸਤ ਦਾ ਅਰਥ ਹੈ ਜੀ ਹਾਥੀ। ਕਹਿੰਦੇ ਹਾਥੀਆਂ ਦੀ ਫੌਜ ਹੋਵੇ ਬੰਦੇ ਕੋਲ। ਰਥ ਹੁਣ ਜਿਵੇਂ ਅੱਜ ਗੱਡੀਆਂ ਹੋਣ, ਵੱਡੀਆਂ ਵੱਡੀਆਂ ਗੱਡੀਆਂ, ਟਰੱਕ, ਮਹਿੰਗੀਆਂ ਕਾਰਾਂ, ਜਹਾਜ਼ ਹੋਣ ਅੱਜ ਬੰਦੇ ਕੋਲ। ਉਦੋਂ ਰਥ ਹੁੰਦੇ ਸੀ, ਵਧੀਆ ਵਧੀਆ ਰਥ, ਸੋਨੇ ਦੇ ਸ਼ਿੰਗਾਰੇ ਹੋਏ ਰਥ। ਹਸਤ ਰਥ, ਹਾਥੀ, ਰਥ ਤੇ ਅਸਵ ਦਾ ਅਰਥ ਆ ਘੋੜੇ, ਘੋੜਿਆਂ ਦੀ ਫੌਜ। ਅਸਵ ਪਵਨ ਤੇਜ, ਪਵਨ ਨਾਲੋਂ ਤੇਜ਼ ਚੱਲਣ ਵਾਲੇ, ਹਵਾ ਦੇ ਨਾਲ ਗੱਲਾਂ ਕਰਨ ਵਾਲੇ, ਹਵਾ ਨੂੰ ਵੀ ਪਛਾੜਨ ਵਾਲੇ ਘੋੜੇ, ਏਡੇ ਤੇਜ਼ ਵਧੀਆ ਘੋੜੇ ਹੋਣ। ਤੇ ਅੱਜ ਦੀ ਭਾਸ਼ਾ 'ਚ ਕਹਿ ਸਕਦੇ ਆ ਵੀ ਵਧੀਆ ਮੋਟਰਸਾਈਕਲ ਹੋਵੇ, ਜਿਨ੍ਹਾਂ ਦੀ ਕੀਮਤ ਕਾਰਾਂ ਨਾਲੋਂ ਵੀ ਮਹਿੰਗੇ ਨੇ। ਵਧੀਆ ਵਧੀਆ ਮੋਟਰਸਾਈਕਲ, ਵਧੀਆ ਵਧੀਆ ਕਾਰਾਂ ਹੋਣ, ਬੰਦੇ ਗੱਡੀਆਂ ਹੋਣ, ਜਹਾਜ਼ ਹੋਣ। ਤੇ ਹਜ਼ੂਰ ਕਹਿੰਦੇ ਨੇ ਹਸਤ ਰਥ ਅਸਵ ਪਵਨ ਤੇਜ ਧਣੀ। ਧਣੀ ਦਾ ਅਰਥ ਉਹ ਬੰਦਾ ਬੜਾ ਧਨੀ ਹੋਵੇ, ਅਮੀਰ ਹੋਵੇ, ਪੈਸੇ ਵਾਲਾ ਹੋਵੇ। ਭੂਮਨ ਦਾ ਅਰਥ ਭੂਮੀ ਹੋਵੇ, ਉਹਦੇ ਕੋਲ ਜ਼ਮੀਨ, ਬੜਾ ਲੈਂਡ ਲਾਰਡ ਹੋਵੇ ਬੰਦਾ। ਭੂਮਨ ਤੇ ਚਤੁਰਾਂਗਾ ਦਾ ਅਰਥ ਹੁੰਦਾ ਜੀ ਚਾਰ ਤਰ੍ਹਾਂ ਦੀ ਫੌਜ ਹੋਵੇ ਉਹਦੇ ਕੋਲ, ਹਾਥੀਆਂ ਵਾਲੀ, ਘੋੜਿਆਂ ਵਾਲੀ। ਅੱਜ ਇੰਡੀਆ ਕੋਲ 3 ਤਰ੍ਹਾਂ ਦੀ ਫੌਜ ਆ, ਜਲ, ਥਲ ਤੇ ਉੱਪਰ ਹਵਾ ਦੇ ਵਿੱਚ ਲੜਨ ਵਾਲੀ। ਕਹਿੰਦੇ ਵੀ ਉਹਦੇ ਕੋਲ 4 ਤਰ੍ਹਾਂ, ਚਤੁਰਾਂਗਾ ਦਾ ਅਰਥ 4 ਤਰ੍ਹਾਂ ਦੀ ਫੌਜ ਵੀ ਹੋਵੇ ਬੰਦੇ ਕੋਲ। ਹਾਥੀ ਘੋੜੇ ਬੇਸ਼ੁਮਾਰ ਹੋਣ ਬੰਦੇ ਕੋਲ, ਰਥ ਸੋਨੇ ਦੇ ਸ਼ਿੰਗਾਰੇ ਹੋਏ ਰਥ ਹੋਣ ਬੰਦੇ ਕੋਲ। ਪਰ ਗੁਰੂ ਕਹਿੰਦੇ ਬੰਦੇ ਨੂੰ ਫਿਰ ਵੀ ਸੰਤੋਖ ਨਹੀਂ, ਬੰਦਾ ਫਿਰ ਵੀ ਨਹੀਂ ਰੱਜਦਾ। ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰੰਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ। ਕਹਿੰਦੇ ਇਹਨਾਂ ਵਿੱਚੋਂ ਕੁਝ ਵੀ ਸਾਡੇ ਨਾਲ ਨਹੀਂ ਚੱਲਣਾ। ਸੰਗ ਨਾ ਚਾਲਿਓ ਇਨ ਮਹਿ ਕਛੂਐ, ਊਠ ਸਿਧਾਇਓ ਨਾਂਗਾ। ਕਹਿੰਦੇ ਬੰਦਾ ਇਹਨਾਂ ਤੋਂ ਖਾਲੀ ਹੀ ਜਾਏਗਾ। ਊਠ ਸਿਧਾਇਓ ਨਾਂਗਾ ਦਾ ਇਹਦਾ ਅਰਥ ਬਣਿਆ ਵੀ ਇੱਥੋਂ ਬੰਦਿਆ ਤੂੰ ਖਾਲੀ ਹੱਥ ਹੀ ਜਾਣਾ। ਜਿਹੜੇ ਇੰਨੇ ਪਦਾਰਥ ਤੇਰੇ ਕੋਲ ਹੈਗੇ ਆ ਨਾ, ਇਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਜਾਣਾ। ਆਓ ਸਾਥ 1 ਮਿੰਟ 2 ਮਿੰਟਾਂ ਵਾਸਤੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੋ ਸਾਧ ਸੰਗਤ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ। ਹੁਣ ਇਹ ਸਾਰੀਆਂ ਗੱਲਾਂ ਦਾ ਇਲਾਜ ਕੀ ਆ ਜੀ? ਦੇਖੋ ਸ਼ਬਦ ਪੜਿਆ ਵੀ ਇੱਥੇ ਕੋਈ ਕਿਸੇ ਦਾ ਨਹੀਂ। ਧੀਆਂ ਪੁੱਤਰ ਅੰਤੇ ਕੋ ਨਾ ਸਹਾਈ, ਅੰਤਲੇ ਸਮੇਂ ਕੋਈ ਸਹਾਇਕ ਨਹੀਂ। ਫਿਰ ਪਦਾਰਥਾਂ ਦੀ ਗੱਲ ਕੀਤੀ, ਹੀਰੇ ਮੋਤੀ, ਕੋਠੀਆਂ ਕਾਰਾਂ, ਵੱਡੇ ਵੱਡੇ ਰੱਥ, ਸੋਨੇ ਦੇ ਹਾਥੀ, ਘੋੜੀਆਂ ਦੀਆਂ ਫੌਜਾਂ, ਇਹਨਾਂ ਨੇ ਵੀ ਸਹਾਇਕ, ਇਹਨਾਂ ਵਿੱਚੋਂ ਵੀ ਕਿਸੇ ਨੇ ਕੁਝ ਨਾਲ ਨਹੀਂ ਜਾਣਾ। ਤੇ ਗੁਰੂ ਪਾਤਸ਼ਾਹ ਹੁਣ ਕਹਿੰਦੇ ਨੇ ਇਹਦਾ ਇਲਾਜ ਕੀ ਆ? ਫਿਰ ਇਹਦਾ ਇਲਾਜ ਦੱਸਦੇ ਹਜ਼ੂਰ ਕਹਿੰਦੇ ਨੇ ਹਰ ਕੇ ਸੰਤ, ਹਰੀ ਦੇ ਸੰਤ, ਰੱਬ ਦੇ ਸੰਤ ਜਨ। ਤੇ ਰੱਬ ਦਾ ਜਿਹੜਾ ਸੰਤ ਜਨ ਹੁੰਦਾ ਨਾ ਸਾਧ ਸੰਗਤ, ਉਹ ਸਰੀਰ ਨਹੀਂ ਹੁੰਦਾ। ਸਰੀਰ ਤੇ ਹੱਡ ਮਾਸ ਆ, ਹੱਡ ਮਾਸ ਸਾਰਿਆਂ ਕੋਲ ਆ। ਹੱਡ ਮਾਸ ਤੇ ਵਿਕਦਾ ਹੈ ਬਾਜ਼ਾਰਾਂ 'ਚ। ਧਿਆਨ ਰੱਖਣਾ, ਜੇ ਹੱਡ ਮਾਸ ਦੇ ਵਿੱਚ ਵੀ ਕੋਈ ਸੰਤ ਹੈਗਾ ਹੈ, ਉਹ ਅੰਦਰ ਕਰਕੇ ਆ। ਦੇਖੋ ਭਾਈ ਲਹਿਣਾ ਪਹਿਲੋਂ ਸੰਤ ਨਹੀਂ ਸੀ, ਗੁਰੂ ਨਹੀਂ ਸੀ। ਸਰੀਰ ਉਹੀ ਆ, ਬਾਅਦ ਵਿੱਚ ਸਾਡੇ ਗੁਰੂ ਬਣੇ, ਉਹ ਸੰਤ ਬਣ ਗਏ। ਇਹਦਾ ਮਤਲਬ ਕਿ ਜਿਹੜਾ ਸੰਤ ਆ ਉਹ ਸਰੀਰ ਨਹੀਂ ਆ। ਜੇ ਸਰੀਰ ਸੰਤ ਹੁੰਦਾ ਤੇ ਭਾਈ ਲਹਿਣਾ ਜਨਮ ਤੋਂ ਹੀ ਸੰਤ ਹੁੰਦਾ। ਇਹ ਗੱਲ ਸੱਚੀ ਆ ਨਾ। ਭਾਈ ਜੇਠਾ, ਬਾਬਾ ਅਮਰਦਾਸ, ਭਾਈ ਲਹਿਣਾ ਜੀ ਦੂਜੇ ਗੁਰੂ ਤੇ ਤੀਜੇ ਗੁਰੂ ਪਹਿਲੋਂ ਕਰਮ ਕਾਂਡ ਕਰਦੇ ਰਹੇ। ਪਹਿਲਾ ਕਰਮ ਕਾਂਡੀ ਨੇ। ਜੇ ਸਰੀਰ ਗੁਰੂ ਹੁੰਦਾ ਤੇ ਉਹ ਜਨਮ ਤੋਂ ਹੀ ਗੁਰੂ ਹੁੰਦੇ। ਤੇ ਧਿਆਨ ਰੱਖਣਾ, ਜਦੋਂ ਉਹ ਗੁਰੂ ਬਣੇ ਆ, ਉਹ ਕੋਈ ਅੰਦਰ ਮਨ ਵਿੱਚ ਤਬਦੀਲੀ ਆਈ ਹੈ ਨਾ, ਕੋਈ ਜੀਵਨ ਵਿੱਚ ਮਨ 'ਚ ਗੱਲ ਹੋਈ ਹੈ ਨਾ, ਦਿਮਾਗ ਵਿੱਚ, ਉਹ ਤੇ ਮਨ ਹੀ ਬਦਲਿਆ ਨਾ। ਹੁਣ ਇਹ ਮਨ ਸ਼ੈਤਾਨ ਆ, ਇਹ ਮਨ ਭਗਵਾਨ ਆ। ਇਹ ਮਨ ਕਰਕੇ ਤਬਦੀਲ ਹੁੰਦਾ ਹੈ। ਤੇ ਫਿਰ ਸੰਤ ਅਸਲ ਵਿੱਚ ਕਿੱਥੇ ਨੇ? ਇੱਥੇ ਮਨ ਵਿੱਚ। ਜਿਹੜੇ ਪ੍ਰਮਾਤਮਾ ਦੇ ਗੁਣ ਆ ਨਾ ਸਾਧ ਸੰਗਤ, ਹੁਣ ਇੱਥੇ ਗੁਰੂ ਕਹਿੰਦੇ ਨੇ ਪ੍ਰਮਾਤਮਾ ਦੇ ਗੁਣ ਜਿਹੜੇ ਸੰਤ ਜਨ ਨੇ ਉਹਨਾਂ ਦਾ ਸੰਗ ਕਰ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ। ਪ੍ਰੇ ਦਾ ਅਰਥ ਹੈ ਪਿਆਰੇ, ਪ੍ਰੀਤਮ ਪ੍ਰਭ ਕੇ, ਪਰਮਾਤਮਾ ਦੇ ਪਿਆਰੇ ਨੇ। ਕੌਣ? ਸੰਤ ਜਨ। ਕਿਹੜੇ ਸੰਤ ਜਨ? ਜਿਹੜੇ ਗੁਣ ਨੇ, ਸੰਤੋਖ, ਧਰਮ, ਦਇਆ, ਪਰਉਪਕਾਰ। ਇਹ ਜਿਹੜੇ ਗੁਣ ਨੇ ਸੰਤ ਜਨ ਆ। ਤੇ ਜਿਹੜੇ ਔਗਣ ਨੇ, ਕਾਮ ਕ੍ਰੋਧ, ਇਹ ਦੁਸ਼ਟ ਜਨ ਆ, ਇਹ ਭੈੜੇ ਜਨ ਆ, ਇਹ ਦੂਤ ਆ। ਤੇ ਹਜ਼ੂਰ ਕਹਿੰਦੇ ਨੇ ਜੀ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਤਾਕੈ ਇਹਨਾਂ ਦੇ ਨਾਲ, ਇਹਨਾਂ ਵਿੱਚ, ਇਹਨਾਂ ਨਾਲ ਜੁੜ ਕੇ, ਇਹਨਾਂ ਨੂੰ ਧਾਰਨ ਕਰਕੇ ਕਹਿੰਦੇ ਰੱਬ ਨੂੰ ਗਾਓ। ਗੁਣਾਂ ਨੂੰ ਧਾਰਨ ਕਰਕੇ ਰੱਬ ਨੂੰ ਯਾਦ ਕਰੋ। ਵਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾ ਬੰਦਿਆ ਤੂੰ ਭਗਤੀ ਜਿਹੜੀ ਕਰਦਾ ਉਹ ਭਗਤੀ ਨਹੀਂ ਆ। ਤੂੰ ਯਾਦ ਕਰਦਾ ਉਹ ਯਾਦ ਕਰਨਾ ਹੀ ਨਹੀਂ ਆ। ਹਾਂ, ਗੁਣਾਂ ਨੂੰ ਧਾਰਨ ਕਰ ਤੇ ਰੱਬ ਨੂੰ ਯਾਦ ਕਰ, ਫਿਰ ਵੇਖੀ ਅਸਰ ਹੁੰਦਾ, ਫਿਰ ਵੇਖੀ ਫਾਇਦਾ ਹੁੰਦਾ। ਤੇ ਹਜ਼ੂਰ ਕਹਿੰਦੇ ਨੇ ਤਾਕੈ ਹਰ ਹਰ ਗਾਈਏ, ਨਾਨਕ ਇਹਾ ਸੁਖ ਆਗੇ ਮੁਖ ਉਜਲ। ਕਹਿੰਦੇ ਇਸ ਤਰ੍ਹਾਂ ਕਰਦਿਆਂ ਤੇਰਾ ਇੱਥੇ ਸੁਖ ਪ੍ਰਾਪਤ ਹੋਏਗਾ ਤੇ ਅੱਗੇ ਮੁਖ ਉਜਲਾ ਹੋਏਗਾ। ਨਾਨਕ ਇਹਾ ਸੁਖ, ਇਹਾ ਇੱਥੇ ਸੁਖ ਮਿਲੇਗਾ ਲੋਕ ਵਿੱਚ, ਆਗੇ ਮੁਖ ਉਜਲ, ਅੱਗੇ ਪਰਲੋਕ ਵਿੱਚ ਮੁਖ ਉਜਲਾ ਹੋਏਗਾ। ਨਾਨਕ ਇਹਾ ਸੁਖ
ਆਗੇ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਕਹਿੰਦੇ ਇਹ ਤਾਂ ਹੀ ਪ੍ਰਾਪਤੀ ਹੋਏਗੀ ਇਹ ਚੀਜ਼ ਦੀ, ਸੰਗ ਸੰਤਨ। ਹੁਣ ਦੇਖੋ ਸੰਤ ਨੂੰ ਨੰਨਾ ਲੱਗ ਗਿਆ, ਬਹੁ ਵਚਨ ਹੋ ਗਿਆ। ਬਹੁਤੇ ਸੰਤ ਦਾ ਅਰਥ ਹੈ ਬਹੁਤੇ ਗੁਣ। ਜਦੋਂ ਤੂੰ ਗੁਣਾਂ ਨੂੰ ਧਾਰਨ ਕਰਦਾ ਹੈ ਨਾ, ਹਰ ਕੇ ਸੰਤ ਜਿਹੜੇ ਗੁਣ ਨੇ ਸੰਤ ਜਾਣੇ ਜੋ ਧਾਰਨ ਕਰੇਗਾ, ਲੋਕ ਵੀ ਸੁਖੀ ਹੋਏਗਾ ਤੇ ਪਰਲੋਕ ਵੀ ਸੁਹੇਲਾ ਹੋਏਗਾ। ਸੰਗ ਸੰਤਨ ਕੈ ਪਾਈਏ, ਗੁਣਾਂ ਦੇ ਵਿੱਚ ਸੰਤ ਜਨਾਂ ਦੇ ਵਿੱਚ ਇਹ ਦਾਤ ਪ੍ਰਾਪਤ ਹੁੰਦੀ ਆ। ਇਹ ਅੱਜ ਦਾ